ਬੱਚੋ ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਆਪਾਂ ਜਮਾਤ 7ਵੀਂ ਦਾ ਨਵਾਂ ਪਾਠ ਅਨਾਜ ਦੀ ਸੰਭਾਲ ਦੇ ਪ੍ਰਸ਼ਨ ਉੱਤਰ ਪੜ੍ਹਨ ਜਾ ਰਹੇ ਹਾਂ। ਇਸ ਪਾਠ ਦੀ ਵੀਡੀਓ ਤੁਸੀਂ ਪਹਿਲਾਂ ਹੀ ਸੁਣ ਚੁੱਕੇ ਹੋ। ਅੱਜ ਆਪਾਂ ਇਸ ਦੇ ਵਿਸਤਾਰਪੂਰਵਕ ਸਾਰੇ ਪ੍ਰਸ਼ਨ ਉੱਤਰ ਕਰਾਂਗੇ। ਧਿਆਨ ਨਾਲ ਸੁਣ ਕੇ ਆਪਣੇ ਕਾਪੀਆਂ 'ਚ ਜ਼ਰੂਰ ਉਤਾਰਨਾ। ਬੱਚੋ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ ਤਾਂ ਜੋ ਤੁਹਾਨੂੰ ਹਰ ਪਾਠ ਦੇ ਲੈਸਨ ਅਤੇ ਉਸ ਪ੍ਰਸ਼ਨ ਉੱਤਰ ਦੀ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਸਕੇ। ਪਹਿਲੇ ਜਿਹੜੇ ਪ੍ਰਸ਼ਨ ਨੇ ਉਹ ਆਪਾਂ ਇੱਕ ਦੋ ਸ਼ਬਦਾਂ 'ਚ ਉੱਤਰ ਦੇਣੇ। ਪਹਿਲਾ ਪ੍ਰਸ਼ਨ, ਅਨਾਜ ਨੂੰ ਲੱਗਣ ਵਾਲੇ ਦੋ ਕੀੜਿਆਂ ਦੇ ਨਾਂ ਦੱਸੋ। ਖਪਰਾ, ਸੁਸਰੀ ਜਾਂ ਦਾਣੇ ਦਾ ਪਤੰਗਾ ਜਿਹੜੇ ਅਨਾਜ ਨੂੰ ਲੱਗਣ ਵਾਲੇ ਕੀੜੇ ਹਨ। ਫਿਰ ਮੂੰਗੀ ਅਤੇ ਛੋਲਿਆਂ ਨੂੰ ਲੱਗਣ ਵਾਲੇ ਕੀੜੇ ਦਾ ਨਾਂ ਦੱਸੋ। ਢੋਰਾ ਜਿਹੜਾ ਮੂੰਗੀ ਅਤੇ ਛੋਲਿਆਂ ਨੂੰ ਲੱਗਦਾ ਹੈ। ਫਿਰ ਅਗਲਾ ਪ੍ਰਸ਼ਨ, ਘਰੇਲੂ ਪੱਧਰ 'ਤੇ ਅਨਾਜ ਭੰਡਾਰ ਕਰਨ ਦੇ ਕੋਈ ਦੋ ਢੰਗ ਲਿਖੋ। ਢੋਲਾਂ ਦੀ ਵਰਤੋਂ ਅਤੇ ਅਨਾਜ ਭੰਡਾਰਨ ਦੀ ਪੱਕੀ ਕੋਠੀ ਆਦਿ ਜਿਹੜੇ ਆ ਘਰੇਲੂ ਪੱਧਰ 'ਤੇ ਆਪਾਂ ਅਨਾਜ ਭੰਡਾਰਨ ਕਰਨ ਦੇ ਤਰੀਕੇ ਵਰਤ ਸਕਦੇ ਹਾਂ। ਢੋਲ 'ਤੇ ਅਨਾਜ ਭੰਡਾਰਨ ਲਈ ਪੱਕੀ ਕੋਠੀ ਬਣਾ ਕੇ। ਫਿਰ ਵਪਾਰਿਕ ਪੱਧਰ 'ਤੇ ਅਨਾਜ ਭੰਡਾਰ ਕਰਨ ਦੇ ਲਈ ਬਣਾਏ ਜਾਂਦੇ ਵੱਖ-ਵੱਖ ਗੋਦਾਮਾਂ ਦੀਆਂ ਕਿਸਮਾਂ ਦੇ ਨਾਂ ਲਿਖੋ। ਵਪਾਰਿਕ ਪੱਧਰ 'ਤੇ ਅਨਾਜ ਭੰਡਾਰ ਕਰਨ ਲਈ ਰਵਾਇਤੀ ਚੌੜੇ ਗੋਦਾਮ, ਸੈਲੋਜ ਗੋਦਾਮ ਜਾਂ ਟੋਪੀ ਗੋਦਾਮ ਵਰਤੇ ਜਾ ਸਕਦੇ ਹਨ। ਅਗਲਾ ਪ੍ਰਸ਼ਨ, ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ 'ਚ ਨਮੀ ਕਿੰਨੇ ਪ੍ਰਤੀਸ਼ਤ ਤੋਂ ਘੱਟ ਹੋਣੀ ਚਾਹੀਦੀ ਹੈ। ਬੱਚੋ ਭੰਡਾਰ ਕਰਨ ਸਮੇਂ ਅਨਾਜ ਦੇ ਦਾਣਿਆਂ ਵਿੱਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਕਿੰਨੇ ਪ੍ਰਤੀਸ਼ਤ? ਜਿਹੜੇ ਆਪਾਂ ਅਨਾਜ ਭੰਡਾਰ ਕਰਨਾ ਉਹਦੇ 'ਚ 9% ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ। ਅਨਾਜ ਦੀਆਂ ਬੋਰੀਆਂ ਦੇ ਗੋਦਾਮ ਦੀ ਕੰਧ ਤੋਂ ਘੱਟੋ ਘੱਟ ਕਿੰਨੀ ਦੂਰੀ ਹੋਣੀ ਚਾਹੀਦੀ ਹੈ। ਬੱਚੋ ਅਨਾਜ ਦੀਆਂ ਬੋਰੀਆਂ ਦੀ ਗੋਦਾਮ ਦੀ ਕੰਧ ਤੋਂ ਘੱਟੋ ਘੱਟ 1.5 ਤੋਂ 2 ਫੁੱਟ ਦੂਰ ਹੋਣੀ ਚਾਹੀਦੀ ਹੈ। ਫਿਰ ਅਗਲਾ ਪ੍ਰਸ਼ਨ, ਇੱਕ ਟੋਪੀ ਗੋਦਾਮ ਵਿੱਚ ਅਨਾਜ ਦੀਆਂ ਕੁੱਲ ਕਿੰਨੀਆਂ ਬੋਰੀਆਂ ਆਉਂਦੀਆਂ ਹਨ। ਇੱਕ ਟੋਪੀ ਨੁਮਾ ਗੋਦਾਮ ਵਿੱਚ ਅਨਾਜ ਦੀਆਂ ਕੁੱਲ 96 ਬੋਰੀਆਂ ਆਉਂਦੀਆਂ ਹਨ। ਗੋਦਾਮਾਂ ਨੂੰ ਸੋਧਣ ਲਈ ਵਰਤੀ ਜਾਂਦੀ ਕਿਸੇ ਇੱਕ ਦਵਾਈ ਦਾ ਨਾਂ ਦੱਸੋ। ਗੋਦਾਮਾਂ ਨੂੰ ਸੋਧਣ ਲਈ ਮੈਲਾਥੀਆਨ, ਐਲੂਮੀਨੀਅਮ ਫਾਸਫਾਈਡ ਆਦਿ ਦਵਾਈ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਗੋਦਾਮ ਬਣਾਉਣ ਲਈ ਕਰਜ਼ਾ ਸਹੂਲਤ ਦੇਣ ਵਾਲੇ ਕਿਸੇ ਇੱਕ ਅਦਾਰੇ ਦਾ ਨਾਂ ਦੱਸੋ। ਬੱਚੋ ਜੇਕਰ ਕੋਈ ਗੋਦਾਮ ਬਣਾਉਣਾ ਚਾਹੁੰਦਾ ਉਸ ਲਈ ਕਰਜ਼ੇ ਦੀ ਸਹੂਲਤ ਪੰਜਾਬ ਵਿੱਤ ਕਾਰਪੋਰੇਸ਼ਨ ਮੁਹੱਈਆ ਕਰਵਾਉਂਦਾ ਹੈ। ਕਿਹੜੀ ਸੰਸਥਾ ਨੂੰ ਗੋਦਾਮ ਕਿਰਾਏ 'ਤੇ ਦਿੱਤਾ ਜਾ ਸਕਦਾ ਹੈ। ਬੱਚੋ ਫੂਡ ਕਾਰਪੋਰੇਸ਼ਨ ਆਫ ਇੰਡੀਆ ਜਾਂ ਮਾਰਕਫੈੱਡ ਆਦਿ ਨੂੰ ਤੁਸੀਂ ਆਪਣਾ ਗੋਦਾਮ ਕਿਰਾਏ 'ਤੇ ਦੇ ਸਕਦੇ ਹੋ। ਹੁਣ ਜਿਹੜੇ ਪ੍ਰਸ਼ਨ ਨੇ ਉਹਨਾਂ ਦੇ ਜਵਾਬ ਆਪਾਂ ਇੱਕ ਜਾਂ ਦੋ ਵਾਕਾਂ ਵਿੱਚ ਦੇਣੇ ਹਨ। ਵੀਵਲ ਚੌਲਾਂ ਨੂੰ ਕਿਵੇਂ ਨੁਕਸਾਨ ਪਹੁੰਚਾਉਂਦੀ ਹੈ। ਇਹ ਦਾਣੇ ਅੰਦਰ ਆਂਡੇ ਦਿੰਦੀ ਹੈ ਅਤੇ ਦਾਣੇ ਨੂੰ ਅੰਦਰੋਂ ਖਾ ਜਾਂਦੀ ਹੈ। ਸਟੋਰਾਂ ਵਿੱਚ ਟੁੱਟ ਭੱਜ ਵਾਲੇ ਦਾਣੇ ਸਟੋਰ ਕਿਉਂ ਨਹੀਂ ਕਰਨੇ ਚਾਹੀਦੇ। ਸਟੋਰਾਂ ਵਿੱਚ ਟੁੱਟ ਭੱਜ ਵਾਲੇ ਦਾਣੇ ਸਟੋਰ ਨਹੀਂ ਕਰਨੇ ਚਾਹੀਦੇ ਕਿਉਂਕਿ ਅਜਿਹੇ ਦਾਣੇ ਸਟੋਰ ਕਰਨ ਨਾਲ ਕੀੜਿਆਂ ਦੀ ਆਮਦ ਵੱਧ ਜਾਂਦੀ ਹੈ। ਕਿਉਂਕਿ ਟੁੱਟੇ ਜਿਹੜੇ ਦਾਣੇ ਉਹਨਾਂ 'ਚ ਕੀੜਾ ਆਸਾਨੀ ਨਾਲ ਲੱਗ ਜਾਂਦਾ ਅਤੇ ਉਹ ਸਟੋਰ ਦੇ ਵਿੱਚ ਨਹੀਂ ਰੱਖਣੇ ਚਾਹੀਦੇ। ਫਿਰ ਸਟੋਰ ਕਰਨ ਵਾਲੇ ਕਮਰੇ 'ਚ ਬੋਰੀਆਂ ਕੰਧਾਂ ਤੋਂ ਦੂਰ ਕਿਉਂ ਰੱਖਣੀਆਂ ਚਾਹੀਦੀਆਂ ਹਨ। ਬੱਚੋ ਅਜਿਹਾ ਇਸ ਲਈ ਕੀਤਾ ਜਾਂਦਾ ਹੈ ਕਿ ਕੰਧਾਂ ਵਿਚਲੀ ਨਮੀ ਬੋਰੀਆਂ ਨੂੰ ਖਰਾਬ ਨਾ ਕਰੇ। ਕਿਉਂਕਿ ਜਿਹੜੀ ਕੰਧਾਂ ਉਹਨਾਂ 'ਚ ਨਮੀ ਛੇਤੀ ਆ ਜਾਂਦੀ ਹੈ, ਇਸ ਲਈ ਉਹ ਜਿਹੜਾ ਸਟੋਰ ਕੀਤਾ ਹੈ ਅਨਾਜ ਉਹਨੂੰ ਜਿਹੜੇ ਆ ਨਮੀ ਨਾਲ ਖਰਾਬ ਨਾ ਹੋ ਸਕਣ, ਇਸ ਲਈ ਉਹਨੂੰ ਕੰਧਾਂ ਤੋਂ ਦੂਰ ਰੱਖਿਆ ਜਾਂਦਾ। ਅਗਲਾ ਪ੍ਰਸ਼ਨ, ਸੈਲੋਜ ਤੋਂ ਕੀ ਭਾਵ ਹੈ। ਇਹਨਾਂ ਵਿੱਚ ਦਾਣੇ ਸਟੋਰ ਕੀਤੇ ਜਾਂਦੇ ਨੇ। ਇਹ ਲੋਹੇ ਦੇ ਕੰਕਰੀਟ ਦੇ ਬਣੇ ਹੁੰਦੇ ਹਨ। ਜਿਹੜੇ ਸੈਲੋਜ ਹੈ ਦਾਣੇ ਸਟੋਰ ਕਰਨ ਵਾਸਤੇ ਬਣਾਏ ਜਾਂਦੇ ਅਤੇ ਲੋਹੇ ਦੇ ਕੰਕਰੀਟ ਦੇ ਬਣੇ ਹੁੰਦੇ ਨੇ। ਗੋਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਕਿਵੇਂ ਮੁਕਤ ਕੀਤਾ ਜਾ ਸਕਦਾ ਹੈ। ਇਸ ਲਈ 100 ਮਿਲੀਲੀਟਰ ਮੈਲਾਥੀਨ 50 ਤਾਕਤ ਨੂੰ 50 ਲੀਟਰ ਪਾਣੀ ਵਿੱਚ ਘੋਲ ਕੇ ਛੱਤ ਅਤੇ ਫਰਸ਼ ਦਾ ਛਿੜਕਾਵ ਕਰਨਾ ਚਾਹੀਦਾ। ਗੋਦਾਮਾਂ ਦੇ ਜਾਂ ਢੋਲ ਜਿਹੜੇ ਆਪਾਂ ਵਰਤਨੇ ਆ ਅਨਾਜ ਰੱਖਣ ਲਈ ਉਹਨਾਂ 'ਚ ਇਹ ਦਵਾਈ ਦਾ ਛਿੜਕਾਵ ਕੀਤਾ ਜਾਣਾ ਚਾਹੀਦਾ ਹੈ। ਸਟੋਰ ਕੀਤੇ ਜਾਣ ਵਾਲੇ ਦਾਣੇ ਨੂੰ ਕੀੜਿਆਂ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਅਨਾਜ ਸਟੋਰ ਕਰਨ ਲਈ ਸਿਰਫ ਨਵੀਆਂ ਬੋਰੀਆਂ ਦੀ ਵਰਤੋਂ ਕਰੋ ਅਤੇ ਪੁਰਾਣੀਆਂ ਬੋਰੀਆਂ ਨੂੰ ਸੁਮੀਸਿਡਾਨ ਜਾਂ ਸਿੰਬੂਸ ਨਾਲ ਸੋਧ ਲਵੋ। ਸਟੋਰ ਜਾਂ ਢੋਲ ਨੂੰ ਐਲੂਮੀਨੀਅਮ ਫਾਸਫਾਈਡ ਦੀ ਧੂਣੀ ਦੇਵੋ। ਅਗਲਾ ਪ੍ਰਸ਼ਨ, ਪੁਰਾਣੀਆਂ ਬੋਰੀਆਂ ਨੂੰ ਅਨਾਜ ਭੰਡਾਰ ਕਰਨ ਤੋਂ ਪਹਿਲੇ ਕਿਵੇਂ ਸੋਧਿਆ ਜਾਂਦਾ ਹੈ।
ਪੁਰਾਣੀਆਂ ਬੋਰੀਆਂ ਨੂੰ ਸੁਮੀਸੀਡਾਨ ਜਾਂ ਸਿੰਬੂਸ ਦੇ ਘੋਲ ਵਿੱਚ 10 ਮਿੰਟ ਲਈ ਭਿਉਂ ਕੇ ਰੱਖੋ। ਬੋਰੀਆਂ ਨੂੰ ਛਾਵੇਂ ਸੁਕਾ ਕੇ ਵਿੱਚ ਦਾਣੇ ਭਰ ਦਿਓ। ਫਿਰ ਅਗਲਾ ਪ੍ਰਸ਼ਨ, ਟੋਪੀ ਗੋਦਾਮ ਬਾਰੇ ਤੁਸੀਂ ਕੀ ਜਾਣਦੇ ਹੋ? ਟੋਪੀ ਗੋਦਾਮ ਖੁੱਲ੍ਹੇ ਮੈਦਾਨ ਵਿੱਚ ਦਾਣੇ ਸਟੋਰ ਕਰਨ ਦਾ ਤਰੀਕਾ ਹੈ। ਇਸ ਦਾ ਆਕਾਰ 9.5 ਗੁਣਾ 6.1 ਮੀਟਰ ਹੁੰਦਾ ਹੈ। ਇਸ ਗੋਦਾਮ ਵਿੱਚ 96 ਬੋਰੀਆਂ 6 ਲਾਈਨਾਂ ਵਿੱਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾਂਦੀਆਂ ਹਨ। ਅਨਾਜ ਨੂੰ ਢੋਲਾਂ ਵਿੱਚ ਭੰਡਾਰ ਕਰਨ ਸਮੇਂ ਕੀ ਸਾਵਧਾਨੀ ਰੱਖਣੀਆਂ ਚਾਹੀਦੀਆਂ ਹਨ? ਢੋਲ ਨੂੰ ਦਾਣੇ ਸਾਂਭਣ ਤੋਂ ਪਹਿਲਾਂ ਅੰਦਰੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਹੈ ਤਾਂ ਕਿ ਪਹਿਲਾਂ ਭੰਡਾਰ ਕੀਤੇ ਅਨਾਜ ਦੀ ਰਹਿੰਦ ਖੂੰਹਦ ਬਚੀ ਨਾ ਰਹਿ ਜਾਵੇ। ਦਾਣਿਆਂ ਵਿੱਚ 9% ਤੋਂ ਵੱਧ ਸਿੱਲ ਨਹੀਂ ਹੋਣੀ ਚਾਹੀਦੀ। ਨਮੀ ਜਿਹੜੀ ਉਹਦੀ 9% ਤੋਂ ਘੱਟ ਹੋਣੀ ਚਾਹੀਦੀ ਹੈ। ਫਿਰ ਦਾਣੇ ਨੂੰ ਸਟੋਰ ਕਰਨ ਲਈ ਕਮਰੇ ਕਿਹੋ ਜਿਹੇ ਬਣਾਉਣੇ ਚਾਹੀਦੇ ਹਨ? ਬੱਚੋ, ਦਾਣੇ ਸਟੋਰ ਕਰਨ ਵਾਲੇ ਕਮਰੇ ਦਾ ਫਰਸ਼ ਆਲੇ ਦੁਆਲੇ ਦੇ ਫਰਸ਼ ਨਾਲੋਂ 75 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ। ਕਮਰੇ ਦੇ ਚਾਰੇ ਪਾਸੇ ਵਰਾਂਡਾ ਬਣਾਉਣਾ ਚਾਹੀਦਾ ਹੈ। ਇੱਕ ਦਰਵਾਜ਼ਾ ਖੁੱਲ੍ਹਣ ਲਈ ਅਤੇ ਰੋਸ਼ਨਦਾਨ ਘੱਟ ਤੋਂ ਘੱਟ ਹੋਣੇ ਚਾਹੀਦੇ ਹਨ। ਬੱਚੋ, ਹੁਣ ਜਿਹੜੇ ਪ੍ਰਸ਼ਨ ਇਹਨਾਂ ਦੇ ਉੱਤਰ ਆਪਾਂ 5 ਜਾਂ 6 ਵਾਕਾਂ 'ਚ ਦੇਣਾ। ਪਹਿਲਾ ਪ੍ਰਸ਼ਨ, ਅਨਾਜ ਭੰਡਾਰਨ ਵਿੱਚ ਹਾਨੀਕਾਰਕ ਕੀੜਿਆਂ ਦੀ ਰੋਕਥਾਮ ਕਿਉਂ ਜ਼ਰੂਰੀ ਹੈ? ਅਨਾਜ ਭੰਡਾਰ ਕਿਸੇ ਦੇਸ਼ ਦੀ ਖੁਸ਼ਹਾਲੀ ਦਾ ਆਧਾਰ ਹੁੰਦੇ ਹਨ। ਅਨਾਜ ਦਾ ਸੁਚੱਜਾ ਮੰਡੀਕਰਨ ਅਤੇ ਸਾਂਭ ਸੰਭਾਲ ਕਿਸੇ ਵੀ ਦੇਸ਼ ਦੀ ਤਰੱਕੀ ਦਾ ਪ੍ਰਤੀਕ ਹੈ। ਅਨਾਜ ਨੂੰ ਕਈ ਤਰ੍ਹਾਂ ਦੇ ਕੀੜਿਆਂ ਅਤੇ ਜਾਨਵਰ ਨੁਕਸਾਨ ਪਹੁੰਚਾਉਂਦੇ ਹਨ। ਭੰਡਾਰ ਕੀਤੇ ਦਾਣਿਆਂ ਨੂੰ ਲਗਭਗ 20 ਕਿਸਮ ਦੇ ਕੀੜੇ ਲੱਗ ਸਕਦੇ ਹਨ, ਜਿਵੇਂ ਸੁਸਰੀ, ਦਾਣੇ ਦਾ ਛੋਟਾ ਬੋਰਰ ਅਤੇ ਚੌਲਾਂ ਦੀ ਘੁੰਡੀ, ਖਪਰਾ, ਪਤੰਗਾ, ਢੋਰਾ ਆਦਿ। ਕੀੜਿਆਂ ਦੇ ਹਮਲੇ ਨਾਲ ਦਾਣਿਆਂ ਦੀ ਉਗਣ ਸ਼ਕਤੀ ਖਤਮ ਹੋ ਜਾਂਦੀ ਹੈ। ਦਾਣਿਆਂ ਦਾ ਭਾਰ ਵੀ ਘਟ ਜਾਂਦਾ ਹੈ ਅਤੇ ਅਨਾਜ ਦੇ ਖੁਰਾਕੀ ਤੱਤ ਵੀ ਘਟ ਜਾਂਦੇ ਹਨ। ਇਸ ਦੇ ਸਵਾਦ ਵਿੱਚ ਫਰਕ ਪੈ ਜਾਂਦਾ ਹੈ। ਇੱਕ ਅੰਦਾਜ਼ੇ ਅਨੁਸਾਰ ਫਸਲ ਦੀ ਕਟਾਈ ਤੋਂ ਲੈ ਕੇ ਦਾਣਿਆਂ ਦੀ ਖਪਤ ਤੱਕ ਲਗਭਗ 10% ਨੁਕਸਾਨ ਹੋ ਜਾਂਦਾ ਹੈ। ਸਾਨੂੰ ਇਸ ਨੁਕਸਾਨ ਤੋਂ ਬਚਣ ਲਈ ਕੀੜਿਆਂ ਦੀ ਰੋਕਥਾਮ ਕਰਨ ਦੀ ਲੋੜ ਹੈ। ਕੀੜੇ ਆਮ ਤੌਰ 'ਤੇ ਸਟੋਰ ਦੀਆਂ ਫਰਸ਼ਾਂ, ਕੰਧਾਂ ਅਤੇ ਛੱਤਾਂ ਆਦਿ ਦੀਆਂ ਤਰੇੜਾਂ ਵਿੱਚੋਂ ਆਉਂਦੇ ਹਨ। ਇਸ ਤਰ੍ਹਾਂ ਅਨਾਜ ਦਾ ਬਹੁਤ ਨੁਕਸਾਨ ਹੁੰਦਾ ਹੈ ਅਤੇ ਇਸ ਨੂੰ ਕਈ ਢੰਗਾਂ ਦੀ ਵਰਤੋਂ ਕਰਕੇ ਸੰਭਾਲਣ ਦੀ ਲੋੜ ਪੈਂਦੀ ਹੈ। ਅਗਲਾ ਪ੍ਰਸ਼ਨ, ਅਨਾਜ ਭੰਡਾਰਨ ਲਈ ਕੋਠੀ ਬਣਾਉਣ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ? ਕੋਠੀ ਕਮਰੇ ਤੋਂ ਵੱਖ ਅਤੇ ਪੱਕੀ ਹੋਣੀ ਚਾਹੀਦੀ ਹੈ। ਅਨਾਜ ਭੰਡਾਰਨ ਜਿਹੜੀ ਕੋਠੀ ਬਣਾਉਣੀ ਹੈ ਉਹ ਕਮਰੇ ਤੋਂ ਵੱਖ ਅਤੇ ਪੱਕੀ ਹੋਣੀ ਚਾਹੀਦੀ ਹੈ। ਅਜਿਹੀ ਕੋਠੀ ਜ਼ਮੀਨ ਦੀ ਸਤ੍ਹਾ ਤੋਂ 30 ਤੋਂ 45 ਸੈਂਟੀਮੀਟਰ ਉੱਚੀ ਰੱਖੋ ਤਾਂ ਜੋ ਕੋਠੀ ਵਿੱਚ ਨਮੀ ਨਾ ਜਾ ਸਕੇ। ਫਿਰ ਕੋਠੀ ਨੂੰ ਨਮੀ ਰਹਿਤ ਕਰਨ ਲਈ ਫਰਸ਼ ਤੇ ਕੰਧਾਂ ਵਿੱਚ ਪੋਲੀਥੀਨ ਦੀ ਸ਼ੀਟ ਲਗਾ ਦਿਓ। ਫਿਰ ਕੋਠੀ ਵਿੱਚ ਦਾਣੇ ਪਾਉਣ ਲਈ ਇੱਕ ਉੱਪਰ ਅਤੇ ਦਾਣੇ ਕੱਢਣ ਲਈ ਇੱਕ ਹੇਠਾਂ ਮੋਰੀ ਹੋਣੀ ਚਾਹੀਦੀ ਹੈ। ਜਦੋਂ ਵਰਤੋਂ ਨਾ ਕੀਤੀ ਜਾਣੀ ਹੋਵੇ, ਮੋਰੀਆਂ ਬੰਦ ਹੋਣੀਆਂ ਚਾਹੀਦੀਆਂ ਹਨ। ਕੋਠੀ ਵਿੱਚ ਸੁੱਕੇ ਅਤੇ ਸਾਫ਼ ਦਾਣੇ ਹੀ ਸਟੋਰ ਕਰਨੇ ਚਾਹੀਦੇ ਹਨ। ਦਾਣੇ ਸਟੋਰ ਕਰਨ ਵਾਲੀ ਕੋਠੀ ਦੀ ਕੰਧ ਅਤੇ ਕਮਰੇ ਦੀ ਕੰਧ ਵਿੱਚ ਲਗਭਗ 45 ਤੋਂ 60 ਸੈਂਟੀਮੀਟਰ ਦੂਰੀ ਹੋਣੀ ਚਾਹੀਦੀ ਹੈ। ਅਗਲਾ ਪ੍ਰਸ਼ਨ, ਅਨਾਜ ਨੂੰ ਕਿਹੜੇ ਕੀੜੇ ਲੱਗਦੇ ਹਨ? ਸੂਚੀ ਬਣਾਓ। ਅਨਾਜ ਨੂੰ ਲੱਗਣ ਵਾਲੇ ਕੀੜੇ ਹਨ ਪਤੰਗੇ, ਵੀਵਲ, ਕੁੰਡੀਆਂ, ਢੋਰਾ, ਖਪਰਾ, ਸੁਸਰੀ, ਦਾਣਿਆਂ ਦਾ ਘੁੰਨ, ਚੌਲਾਂ ਦਾ ਪਤੰਗਾ, ਦਾਣੇ ਦਾ ਪਤੰਗਾ ਆਦਿ। ਪਤੰਗਾ ਆਮ ਕਰਕੇ ਮੱਕੀ, ਜਵਾਰ, ਕਣਕ, ਜਵੀਂ, ਜੌਂ ਆਦਿ ਨੂੰ ਨੁਕਸਾਨ ਪਹੁੰਚਦਾ ਹੈ। ਸੂਰੀ, ਖਪਰਾ ਦਾਣੇ ਦੇ ਛੋਟੇ ਬੋਰਰ ਨੂੰ ਅਤੇ ਚੌਲਾਂ ਦੀ ਖੁੰਡੀ ਆਦਿ ਆਮ ਕਰਕੇ ਕਣਕ, ਮੱਕੀ ਅਤੇ ਜੌਂ ਆਦਿ ਨੂੰ ਲੱਗਦੇ ਹਨ। ਛੋਰਾ ਮੋਟੇ ਤੌਰ 'ਤੇ ਢੋਰਾ ਜਿਹੜਾ ਮੋਟੇ ਤੌਰ 'ਤੇ ਮੂੰਗੀ, ਛੋਲੇ ਅਤੇ ਹੋਰ ਦਾਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ। ਕੀੜੇ ਲੱਗਣ ਤੋਂ ਅਨਾਜ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ? ਕੀੜੇ ਲੱਗਣ ਨੂੰ ਅਨਾਜ ਨੂੰ ਹੇਠ ਲਿਖੇ ਤਰੀਕਿਆਂ ਦਾ ਬਚਾਇਆ ਜਾ ਸਕਦਾ। ਸਭ ਤੋਂ ਪਹਿਲਾਂ ਨਵੇਂ ਦਾਣੇ ਸਾਫ਼ ਸੁਥਰੇ ਗੋਦਾਮਾਂ ਜਾਂ ਢੋਲਾਂ ਵਿੱਚ ਰੱਖਣੇ ਚਾਹੀਦੇ ਹਨ। ਗੋਦਾਮ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਚੰਗੀ ਤਰ੍ਹਾਂ ਬੰਦ ਕਰਕੇ ਰੱਖਣੀਆਂ ਚਾਹੀਦੀਆਂ ਹਨ। ਅਨਾਜ ਸਟੋਰ ਕਰਨ ਲਈ ਸਿਰਫ ਨਵੀਆਂ ਬੋਰੀਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਪੁਰਾਣੀ ਬੋਰੀਆਂ ਦੀ ਵਰਤੋਂ ਕਰਨੀ ਹੋਵੇ ਤਾਂ ਇਹਨਾਂ ਨੂੰ ਪਹਿਲਾਂ ਸੋਧ ਲੈਣਾ ਚਾਹੀਦਾ ਹੈ। ਇਸ ਲਈ ਸੁਮੀਸੀਡੀਨ
ਜਾਂ ਸਿੰਬੋਸ ਦੀ ਵਰਤੋਂ ਕਰੋ। ਗੋਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਲਈ ਹੇਠ ਲਿਖੇ ਕਿਸੇ ਇੱਕ ਢੰਗ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਹਿਲਾ, 100 ਮਿਲੀਲੀਟਰ ਮੈਲਾਥੀਅਨ 50 ਤਾਕਤ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਛੱਤ ਅਤੇ ਫਰਸ਼ ਦੇ ਛਿੜਕਾਵ ਕਰ ਦੇਣਾ ਚਾਹੀਦਾ ਹੈ। ਗੋਦਾਮਾਂ ਵਿੱਚ ਐਲੂਮੀਨੀਅਮ ਫਾਸਫਾਈਡ ਦੀਆਂ 25 ਗੋਲੀਆਂ ਰੱਖੋ। ਪ੍ਰਤੀ ਘਨ ਮੀਟਰ ਦੇ ਹਿਸਾਬ ਨਾਲ ਰੱਖੋ ਅਤੇ 7 ਦਿਨ ਤੱਕ ਹਵਾ ਬੰਦ ਰੱਖੋ। ਫਿਰ ਵਪਾਰਿਕ ਪੱਧਰ 'ਤੇ ਅਨਾਜ ਭੰਡਾਰਨ ਕਰਨ ਲਈ ਬਣਾਏ ਜਾਣ ਵਾਲੇ ਵੱਖ-ਵੱਖ ਗੋਦਾਮਾਂ ਦਾ ਵੇਰਵਾ ਦਿਓ। ਪਹਿਲਾ, ਰਵਾਇਤੀ ਚੌੜੇ ਗੋਦਾਮ। ਜਿਹੜੇ ਵਪਾਰਕ ਪੱਧਰ 'ਤੇ ਅਨਾਜ ਭੰਡਾਰ ਕਰਨੇ ਉਹਨਾਂ ਲਈ ਗੋਦਾਮ ਕਿਹੜੇ? ਰਵਾਇਤੀ ਚੌੜੇ ਗੋਦਾਮ। ਇਹਨਾਂ ਗੋਦਾਮਾਂ ਵਿੱਚ ਦਾਣੇ ਨਾਲ ਭਰੀਆਂ ਬੋਰੀਆਂ ਰੱਖੀਆਂ ਜਾਂਦੀਆਂ ਹਨ। ਇਹਨਾਂ ਵਿੱਚ 1 ਤੋਂ 2 ਸਾਲ ਤੱਕ ਅਨਾਜ ਸਟੋਰ ਕੀਤਾ ਜਾ ਸਕਦਾ ਹੈ। ਸਟੋਰ ਕੀਤੇ ਦਾਣਿਆਂ ਵਿੱਚ ਨਮੀ ਦੀ ਮਾਤਰਾ 14% ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹਨਾਂ ਗੋਦਾਮਾਂ ਦੀ ਪਲੰਥ ਉੱਚੀ, ਫਰਸ਼ ਨਮੀ ਰਹਿਤ ਹੋਣੀ ਚਾਹੀਦੀ ਹੈ। ਇਹਨਾਂ ਅੰਦਰ ਚੂਹੇ ਅਤੇ ਪੰਛੀ ਨਾ ਵੜ ਸਕਦੇ ਹੋਣ। ਇਹ ਰੌਸ਼ਨੀਦਾਰ ਹੋਣੇ ਚਾਹੀਦੇ ਹਨ ਅਤੇ ਸੜਕ ਤੇ ਰੇਲ ਦੀ ਪਹੁੰਚ ਵਿੱਚ ਹੋਣੇ ਚਾਹੀਦੇ ਹਨ। ਬੋਰੀਆਂ ਦੀ ਧਾੜਾਂ ਲੱਕੜੀ ਦੇ ਫਰੇਮ ਉੱਪਰ ਲਗਾਈਆਂ ਜਾਂਦੀਆਂ ਹਨ ਅਤੇ ਪਲਾਸਟਿਕ ਨਾਲ ਢੱਕ ਦਿੱਤੀਆਂ ਜਾਂਦੀਆਂ ਹਨ। ਫਿਰ ਅੱਗੇ ਸੈਲੋਜ ਗੋਦਾਮ। ਇਹਨਾਂ ਵਿੱਚ ਦਾਲਾਂ ਅਤੇ ਚੌਲਾਂ ਤੋਂ ਇਲਾਵਾ ਸਭ ਤਰ੍ਹਾਂ ਦੇ ਦਾਣੇ 5 ਸਾਲਾਂ ਤੱਕ ਸਟੋਰ ਕੀਤੇ ਜਾ ਸਕਦੇ ਹਨ। ਇਹਨਾਂ ਸਟੋਰ ਕੀਤੇ ਦਾਣਿਆਂ ਵਿੱਚ ਨਮੀ ਦੀ ਮਾਤਰਾ 10% ਤੱਕ ਹੋ ਸਕਦੀ ਹੈ। ਇਹ ਘੱਟ ਥਾਂ ਘੇਰਦੇ ਹਨ ਅਤੇ ਇਹਨਾਂ ਵਿੱਚ ਰੱਖੇ ਦਾਣਿਆਂ ਦਾ ਨੁਕਸਾਨ ਵੀ ਬਹੁਤ ਘੱਟ ਹੁੰਦਾ ਹੈ। ਇਹ ਸੈਲੋਜ ਸਿਲੰਡਰ ਦੀ ਸ਼ਕਲ ਦੇ ਹੁੰਦੇ ਹਨ ਅਤੇ ਹੇਠੋਂ ਹਾਪਰ ਕੋਨ ਟਾਈਪ ਹੁੰਦੇ ਹਨ। ਇਹ ਲੋਹੇ ਅਤੇ ਕੰਕਰੀਟ ਦੇ ਬਣੇ ਹੁੰਦੇ ਹਨ। ਦਾਣੇ ਰੱਖਣ ਅਤੇ ਕੱਢਣ ਲਈ ਲੰਬੀਆਂ ਬੈਲਟਾਂ ਜਾਂ ਹੋਰ ਕਨਵੇਅਰ ਲੱਗੇ ਹੁੰਦੇ ਹਨ। ਭਾਰਤ ਵਿੱਚ ਮਿਲਣ ਵਾਲੇ ਸੈਲੋਜ ਸਿਲੰਡਰ ਦੀ ਉਚਾਈ 30 ਤੋਂ 50 ਮੀਟਰ ਅਤੇ ਘੇਰਾ 6 ਤੋਂ 10 ਮੀਟਰ ਤੱਕ ਹੁੰਦਾ ਹੈ। ਇਹਨਾਂ ਨੂੰ ਹਵਾਦਾਰ ਬਣਾਉਣ ਲਈ ਸੈਂਟਰੀਫਿਊਗਲ ਪੰਪਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜਾਂ ਤੀਜੇ ਕਿਸਮ ਦਾ ਗੋਦਾਮ ਟੋਪੀਨੁਮਾ ਗੋਦਾਮ ਹੁੰਦੇ ਹਨ। ਖੁੱਲ੍ਹੇ ਮੈਦਾਨ ਵਿੱਚ ਦਾਣੇ ਰੱਖਣ ਲਈ ਇਸ ਤਰੀਕੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਰਕਬਾ 9.5 ਗੁਣਾ 6.1 ਮੀਟਰ ਹੁੰਦਾ ਹੈ। ਇਸ ਵਿੱਚ 96 ਬੋਰੀਆਂ 6 ਲਾਈਨਾਂ ਵਿੱਚ ਲੱਕੜੀ ਦੇ ਡੰਡਿਆਂ ਉੱਪਰ ਰੱਖੀਆਂ ਜਾ ਸਕਦੀਆਂ ਹਨ। ਹਰ ਬੋਰੀ ਮੋਟੀ ਪਲਾਸਟਿਕ ਦੀ ਚਾਦਰ ਨਾਲ ਢੱਕੀ ਹੁੰਦੀ ਹੈ। ਜਦੋਂ ਬਾਹਰੀ ਤਾਪਮਾਨ ਅਤੇ ਨਮੀ ਘੱਟ ਹੋਵੇ ਤਾਂ ਪਲਾਸਟਿਕ ਦੀ ਚਾਦਰ ਲਾ ਕੇ ਇਹਨਾਂ ਬੋਰੀਆਂ ਨੂੰ ਹਵਾ ਦਿੱਤੀ ਜਾਂਦੀ ਹੈ। ਸੋ ਬੱਚੋ, ਇਸ ਤੁਹਾਡੇ ਨਵੇਂ ਪਾਠ ਅਨਾਜ ਦੇ ਸੰਭਾਲ ਦੇ ਪ੍ਰਸ਼ਨ ਉੱਤਰ। ਇਹਨਾਂ ਪ੍ਰਸ਼ਨ ਉੱਤਰਾਂ ਨੂੰ ਸੁਣ ਕੇ ਆਪਣੀ ਕਾਪੀ 'ਚ ਜ਼ਰੂਰ ਉਤਾਰੋ ਅਤੇ ਪ੍ਰਸ਼ਨ ਉੱਤਰਾਂ ਨੂੰ ਯਾਦ ਕਰੋ। ਅਤੇ ਜੇਕਰ ਹਜੇ ਤੱਕ ਤੁਸੀਂ ਇਸ ਚੈਨਲ ਨੂੰ ਇਨਕਲੂਸਿਵ ਐਜੂਕੇਸ਼ਨ ਵਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਅਤੇ ਨੋਟੀਫਿਕੇਸ਼ਨ ਬਟਨ ਦੱਬ ਕੇ ਆਪਣੇ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਪਾਠਾਂ ਦੇ ਵੀਡੀਓ ਤੁਸੀਂ ਪ੍ਰਾਪਤ ਕਰ ਸਕਦੇ ਹੋ। ਬੱਚੋ, ਇਸ ਪਾਠ ਦੇ ਪ੍ਰਸ਼ਨ ਉੱਤਰ ਜੇ ਤੁਸੀਂ ਆਫਲਾਈਨ ਕਰਨਾ ਚਾਹੁੰਦੇ ਹੋ ਤਾਂ ਇਸ ਦੇ ਡਿਸਕ੍ਰਿਪਸ਼ਨ ਜਾ ਕੇ ਲਿੰਕ ਨੂੰ ਡਾਊਨਲੋਡ ਕਰਕੇ PDF ਡਾਊਨਲੋਡ ਕਰ ਸਕਦੇ ਹੋ। ਧੰਨਵਾਦ।